ਦਿਲ ਦੀਆਂ ਗੱਲਾਂ YouTube ਚੈਨਲ ਤੇ ਜਗਮੋਹਨ ਸਿੰਘ ਪੱਟੀ ਅੱਜ ਤੁਹਾਡੇ ਲਈ ਇੱਕ ਵਿਸ਼ੇਸ਼ ਚਰਚਾ ਦਾ ਵਿਸ਼ਾ ਲੈ ਕੇ ਆਇਆ ਕਿ ਪੰਜਾਬ ਦੇ ਵਿੱਚ ਕੀ ਸਾਰੇ ਹਿੰਦੁਸਤਾਨ ਦੇ ਵਿੱਚ ਵਿਦੇਸ਼ਾਂ ਵਿੱਚ ਵਸਣ ਦੀ ਦੌੜ ਜਿਹੜੀ ਹੈ ਬੜੀ ਜ਼ਬਰਦਸਤ ਲੱਗ ਗਈ ਹੈ ਔਰ ਹਰ ਹੀਲੇ ਵਸੀਲੇ ਨਾਲ ਇਹ ਜਿਹੜੀ ਹੈ ਕਿਸੇ ਵੀ ਤਰ੍ਹਾਂ ਜਿਹੜੀ ਹੈ ਕਿਸੇ ਵੀ ਦੇਸ਼ ਦੀ ਐਂਟਰੀ ਜਿਹੜੀ ਹੈ ਲੈਣੀ ਜਿਹੜੀ ਹੈ ਇੱਕ ਮੁੱਖ ਵਿਸ਼ਾ ਬਣ ਗਿਆ। ਪਹਿਲੇ ਹੁੰਦਾ ਸੀ ਕੋਈ ਜ਼ਮਾਨਾ ਸੀ ਕਿ ਜਦੋਂ UPSC ਦਾ ਜਿਹੜਾ ਪੇਪਰ ਦਿੱਤਾ ਜਾਂਦਾ ਸੀ IAS ਬਣਨ ਲਈ ਪੇਪਰ ਦਿੱਤਾ ਜਾਂਦਾ ਸੀ। ਅੱਜ ਕੱਲ੍ਹ IAS ਵੀ ਜਿਹੜੇ ਨੇ ਉਹ ਪੈਰਾਸ਼ੂਟ ਰਾਹੀਂ ਆਉਣੇ ਸ਼ੁਰੂ ਹੋ ਗਏ ਨੇ। ਕੋਈ ਉਹਨਾਂ ਨੂੰ ਪੇਪਰ ਦੇਣ ਦੀ ਜ਼ਰੂਰਤ ਨਹੀਂ, 23-24 ਸਾਲ ਦਾ ਹੋਣਾ ਚਾਹੀਦਾ, ਪੋਲੀਟੀਕਲ ਇਨਫਲੂਐਂਸ ਹੋਣਾ ਚਾਹੀਦਾ, ਕੈਬਨਿਟ ਮੰਤਰੀ ਹੋਣਾ ਚਾਹੀਦਾ, ਲੋਕ ਸਭਾ ਦਾ ਸਪੀਕਰ ਹੋਣਾ ਚਾਹੀਦਾ, ਕਿਸੇ ਤਰ੍ਹਾਂ ਦਾ ਵੀ ਕੋਈ ਇੱਦਾਂ ਦਾ ਜੈਕ ਹੋਵੇ ਤੁਹਾਡਾ ਤੇ ਤੁਹਾਡੀ ਜਿਹੜੀ ਐਂਟਰੀ ਹੈ ਉਹ ਲੱਗ ਸਕਦੀ ਹੈ। ਉਸੇ ਤਰ੍ਹਾਂ ਜਿਵੇਂ ਸਿਕੰਦਰ ਸਿੰਘ ਮਲੂਕੇ ਨੇ ਪੰਜਾਬ ਦੇ ਮੰਤਰੀ ਹੋ ਕੇ ਬਾਦਲਾਂ ਵੇਲੇ ਆਪਣੀ ਜਿਹੜੀ ਨੂੰਹ ਹੈ ਉਹਨੂੰ ਜੇ ਮੈਂ ਭੁੱਲਦਾ ਨਹੀਂ ਤੇ IAS ਆਫਿਸਰ ਲਵਾ ਦਿਆ ਸੀ। ਅੱਜ ਉਹ ਦੌੜ ਖਤਮ ਹੋ ਗਈ ਹੈ, PCS ਲੱਗਣ ਦੀ IAS ਲੱਗਣ ਦੀ ਦੌੜ ਖਤਮ ਹੋ ਗਈ ਹੈ। ਇੱਕ ਗੱਲ ਮੈਨੂੰ ਯਾਦ ਆ ਰਹੀ ਹੈ ਵੀ ਇੱਥੇ ਕਾਨੂੰਨੀ ਨੁਕਤਾ ਇੱਕ ਆ ਗਿਆ, ਉਹ ਇਹ ਸੀ ਕਿਸੇ ਨੇ ਇੱਕ ਸੱਜਣ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ 10 ਚੀਜ਼ਾਂ ਜਿਹੜੀਆਂ ਮੈਨੂੰ ਲਿਆ ਕੇ ਦਿਓ ਮਾਰਕੀਟ ਦੇ ਵਿੱਚੋਂ ਤੇ ਵੱਖਰੀਆਂ ਵੱਖਰੀਆਂ ਹੋਣੀਆਂ ਚਾਹੀਦੀਆਂ ਤੇ ਸਾਰਾ ਕੁਝ ਜਿਹੜਾ ਹਿਸਾਬ ਕਿਤਾਬ ਕੁਆਲਿਟੀ ਵਾਈਜ਼ ਅੱਛਾ ਹੋਣਾ ਚਾਹੀਦਾ। ਉਹਨਾਂ ਨੇ ਚੀਜ਼ਾਂ ਦੀ ਲਿਸਟ ਦੇ ਦਿੱਤੀ ਤਾਂ ਉਹ ਜਦੋਂ ਚੀਜ਼ਾਂ ਦੀ ਲਿਸਟ ਦੇ ਦਿੱਤੀ ਉਹਨਾਂ ਨੇ ਤਾਂ ਉਹ ਚਲੇ ਗਏ ਮਾਰਕੀਟ ਘੁੰਮੀ, 1 ਦਿਨ ਲਾਇਆ, 2 ਦਿਨ ਲਾਇਆ, 4 ਦਿਨ ਲਾਇਆ, ਉਹਨਾਂ ਨੂੰ ਉਹ ਚੀਜ਼ਾਂ ਨਹੀਂ ਮਿਲੀਆਂ, ਉਸ ਕੁਆਲਿਟੀ ਦੀਆਂ ਉਸ ਪੱਧਰ ਦੀਆਂ ਨਹੀਂ ਮਿਲੀਆਂ ਕਿਉਂਕਿ ਕੰਪੀਟੀਸ਼ਨ ਇੰਨਾ ਜ਼ੋਰ ਤੇ ਸੀ। ਤੇ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਦੇ ਅਫਸਰ ਨੇ ਪੁੱਛਿਆ ਕਿ ਤੁਸੀਂ ਇੰਨੇ ਦਿਨ ਲਾ ਦਿੱਤੇ ਨੇ, ਇਹ ਕੀ ਗੱਲ ਹੈ ਅੱਜ ਬਈ ਤੁਸੀਂ ਅਜੇ ਤੱਕ ਇਹਦੇ ਉੱਤੇ ਕੋਈ ਫੈਸਲਾ ਹੀ ਨਹੀਂ ਲੈ ਸਕੇ। ਤੇ ਉਹਨਾਂ ਨੇ ਕਿਹਾ ਜੀ ਦੇਖੋ ਜਦੋਂ ਕੁਆਲਿਟੀ ਲੱਭਣੀ ਹੈ ਤੇ ਕੁਛ ਨਾ ਕੁਛ ਦੇਖਣਾ ਤੇ ਪਏਗਾ, ਟਾਈਮ ਲੱਗੇਗਾ, ਮਾਰਕੀਟ ਘੁੰਮਣੀ ਪਏਗੀ, ਕੁਛ ਮਿਹਨਤ ਕਰਨੀ ਪਏਗੀ। ਮੈਂ ਐਵੇਂ ਜਾ ਕੇ 10 ਚੀਜ਼ਾਂ ਫੜ ਕੇ ਲਿਆ ਕੇ ਤੁਹਾਡੇ ਅੱਗੇ ਰੱਖ ਦਿਆਂ ਤਾਂ ਮੇਰਾ ਖਿਆਲ ਹੈ ਕਿ ਨਾ ਤਾਂ ਕੁਆਲਿਟੀ ਦੇ ਸਕਾਂਗਾ ਤੁਹਾਨੂੰ ਤੇ ਨਾ ਕੁਝ ਕਰ ਸਕਾਂਗਾ। ਤਾਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਦੋਂ IAS ਅਫਸਰ ਲਾਉਂਦੇ ਹਾਂ ਉਹ ਅਸੀਂ ਇੰਨੀ ਛੇਤੀ ਲਾ ਦਿੰਦੇ ਹਾਂ IAS ਅਫਸਰ ਵੀ ਅੱਧੇ ਘੰਟੇ 'ਚ ਅਸੀਂ 10 ਸਿਲੈਕਟ ਕਰ ਲੈਂਦੇ ਹਾਂ। ਉਹ ਕਹਿੰਦਾ ਇਸੇ ਵਜ੍ਹਾ ਕਰਕੇ ਦੇਸ਼ ਦਾ ਬੇੜਾ ਗਰਕ ਹੁੰਦਾ ਪਿਆ। ਜੇ ਤੁਸੀਂ ਕੁਆਲਿਟੀ ਰੱਖਦੇ, ਕੁਆਂਟੀਟੀ ਦੀ ਬਜਾਏ ਇੱਕ ਕੁਆਲਿਟੇਟਿਵ ਅਪਰੋਚ ਰੱਖਦੇ ਤਾਂ ਮੇਰਾ ਖਿਆਲ ਹੈ ਕਿ ਜ਼ਿਆਦਾ ਅੱਛਾ ਰਹਿੰਦਾ। ਅੱਜ ਜਿਹੜੀ ਹੈ ਉਹ ਦਿਸ਼ਾ ਜਿਹੜੀ ਹੈ ਬਿਲਕੁਲ ਬਦਲ ਚੁੱਕੀ ਹੈ। ਪੜਾਕੂਆਂ ਦੀ ਜਿਹੜੀ ਕੌਮ ਹੈ, ਜਿਹੜੀ ਪੜਾਕੂਆਂ ਦੀ ਜਿਹੜੀ ਸੰਸਥਾ ਹੈ, ਪੜਾਕੂਆਂ ਦੇ ਜਿਹੜੇ ਜੋ ਗੱਲ ਮੈਂ ਕਹਿ ਰਿਹਾ ਮੇਰਾ ਖਿਆਲ ਹੈ ਪੜਾਕੂ ਸ਼ਬਦ ਮੈਂ ਯੂਜ਼ ਕਰ ਰਿਹਾ ਉਹਨਾਂ ਲਈ ਜਿਹੜੇ ਪੜ੍ਹ ਕੇ ਲਿਖ ਕੇ ਮਿਹਨਤ ਖਾਈ ਸਨ, ਉਹ ਮਿਹਨਤਾਂ ਕਰਦੇ ਸਨ ਤੇ ਉਹ ਇੱਕ ਪ੍ਰਾਪਤੀ ਕਰਦੇ ਸਨ, IAS ਅਫਸਰ ਬਣਦੇ ਸਨ। ਦੇਸ਼ ਨੂੰ ਅੱਗੇ ਲਿਜਾਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਹਨਾਂ ਉੱਤੇ ਹੁੰਦੀ ਸੀ। ਅੰਗਰੇਜ਼ਾਂ ਵੇਲੇ ICS ਆਫਿਸਰ ਹੁੰਦੇ ਸਨ ਔਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਦਾ ਜਿਹੜਾ ICS ਦਾ ਨਾਮ ਬਦਲ ਕੇ IAS ਰੱਖਿਆ ਗਿਆ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ। ਜਦ ਕਿ ਅੰਗਰੇਜ਼ਾਂ ਦੇ ਵੇਲੇ ਇਹੀ ਚੀਜ਼ ਦਾ ਇਸੀ ਸੰਸਥਾ ਦਾ ਨਾਮ ਸੀਗਾ ਇੰਡੀਅਨ ਸਿਵਲ ਸਰਵਿਸ। ਔਰ ਫਰਕ ਕੀ ਹੋਇਆ? ਫਰਕ ਕੁਛ ਨਹੀਂ ਹੋਇਆ, ਸਿਰਫ ਨਾਮਕਰਨ ਹੀ ਹੋਇਆ, ਹੋਰ ਕੁਛ ਨਹੀਂ ਹੋਇਆ। ਔਰ ਨਾਮਕਰਨ ਦੀ ਪ੍ਰਥਾ ਜਿਹੜੀ ਹੈ ਇਸ ਵੇਲੇ ਬੜੀ ਪ੍ਰਬਲ ਹੈ ਔਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਤੁਹਾਡੇ ਸਾਹਮਣੇ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ। ਅੱਜ ਜੇ ਦੇਖਿਆ ਜਾਏ ਜਿਹੜੇ ਬੱਚੇ ਅੱਜ ਪੜ੍ਹਦੇ ਸੀਗੇ ਉਹ ਅੱਜ ਵਿਦੇਸ਼ਾਂ ਦੀਆਂ ਉਡਾਰੀਆਂ ਲਾਣੀਆਂ ਚਾਹੁੰਦੇ ਨੇ। ਉਹ ਇਹ ਚਾਹੁੰਦੇ ਨੇ ਰਾਤੋਂ ਰਾਤ ਸਾਡੇ ਕੋਲ ਇੰਨੇ ਕੁ ਪੈਸੇ ਹੋ ਜਾਣ, ਇੰਨੀ ਕੁ ਸ਼ੋਹਰਤ ਹੋ ਜਾਵੇ ਕਿ ਸਾਨੂੰ ਵਿਆਹ ਤੋਂ ਪਹਿਲੇ ਹੀ ਇੰਨਾ ਕੁਝ ਮਿਲ ਜਾਏ ਕਿ ਸਾਨੂੰ ਇਹ ਪ੍ਰਾਪਤੀ ਕਰਨ ਲਈ ਸਾਨੂੰ 15 ਸਾਲ 20 ਸਾਲ ਦੀ ਮਿਹਨਤ ਨਾ ਕਰਨੀ ਪਵੇ। ਜਿਵੇਂ ਛੋਟੇ ਛੋਟੇ ਬੱਚੇ ਤੁਸੀਂ ਦੇਖਦੇ ਹੋ ਇੰਡੀਅਨ ਆਈਡਲ ਦੇ ਵਿੱਚ ਜਾਂਦੇ ਨੇ ਜਾਂ ਹੋਰ ਜਿਹੜੇ ਵੱਖਰੇ ਵੱਖਰੇ ਚੈਨਲ ਨੇ ਉਹਨਾਂ 'ਤੇ ਗੀਤ ਸੰਗੀਤ ਦਾ ਪ੍ਰੋਗਰਾਮ ਹੁੰਦਾ, ਉੱਥੇ ਜਾ ਕੇ ਕਿਵੇਂ ਉਹ ਜਿਹੜੀਆਂ ਆਪਣੀਆਂ ਕਲਾ ਦੇ ਜ਼ੋਰ ਦਿਖਾਉਂਦੇ ਨੇ ਔਰ ਉਹਨਾਂ ਨੂੰ ਨਾਮ ਵੀ ਮਿਲਦਾ ਹੈ, ਸ਼ੋਹਰਤ ਵੀ ਮਿਲਦੀ ਹੈ ਔਰ ਉਹ ਆਪਣੇ ਆਪ ਨੂੰ ਇੱਕ ਸੈਲੀਬ੍ਰਿਟੀ ਕਹਿੰਦੇ ਨੇ। ਉਹ ਸੈਲੀਬ੍ਰਿਟੀ ਕੀ ਹੈ? ਹਰ ਪਾਸੇ ਭੀੜਾਂ ਤਾੜੀਆਂ ਮਾਰ ਰਹੀਆਂ, ਹਰ ਪਾਸੇ ਭੀੜਾਂ ਤੇ ਇਕੱਠ ਨੇ, ਜਿੱਥੇ ਵੀ ਉਹ ਜਾਂਦੇ ਨੇ ਉਹਨਾਂ ਦੀ ਇੱਕ ਰਿਕੋਗਨੀਸ਼ਨ ਹੈ, ਇੱਕ ਆਪਣੀ ਪਹਿਚਾਣ ਹੈ। ਲੇਕਿਨ ਜਿਹੜੀ ਇਹ ਪਹਿਚਾਣ ਹੈ ਇਹ ਪੜ੍ਹਾਈ ਦੇ ਵਿਸ਼ੇ ਵਿੱਚ ਬਿਲਕੁਲ ਖਤਮ ਹੋ ਗਈ ਹੈ। ਔਰ ਸਾਡੇ ਜਿਹੜੇ ਵੀ ਪੜ੍ਹੇ ਲਿਖੇ ਸੱਜਣ ਮਿੱਤਰ ਨੇ, ਭੈਣ ਭਰਾ ਨੇ, ਧੀਆਂ ਪੁੱਤਰ ਨੇ,
ਉਹ ਵਿਦੇਸ਼ਾਂ ਦੀਆਂ ਉਡਾਰੀਆਂ ਕਿਉਂ ਲਾ ਰਹੇ ਨੇ, ਇਹਦੇ ਬਾਰੇ ਹੁਣ ਕਾਨੂੰਨੀ ਨੁਕਤਾ ਇੱਕ ਤੁਹਾਨੂੰ ਮੈਂ ਦੱਸ ਦਿਆਂ। ਅੱਜ ਦਾ ਜਿਹੜਾ ਕੇਂਦਰ ਬੰਦੂ ਹੈ ਉਹ ਜਿਹੜਾ ਹੈ ਉਹ ਸਿਰਫ ਤੇ ਸਿਰਫ ਇੱਕ ਪੈਸਾ ਤੇ ਸ਼ੋਹਰਤ ਹੀ ਰਹਿ ਗਿਆ, ਔਰ ਪਰਿਵਾਰਾਂ ਦੀਆਂ ਸਾਂਝਾਂ ਟੁੱਟ ਗਈਆਂ ਨੇ। ਔਰ ਉਹ ਸਾਂਝਾਂ ਤੋੜਨ ਦੀ ਖਾਤਰ ਅੱਜ ਮੈਂ ਗੱਲ ਕਰਨ ਲੱਗਿਆ, ਵਿਦੇਸ਼ੀ ਚਾਹਤ ਇੰਨੀ ਜ਼ੋਰ ਤੇ ਇੰਨੇ ਪ੍ਰਬਲ ਨਾਲ ਹੋ ਗਈ ਹੈ ਕਿ ਮੈਨੂੰ ਕਿਸੇ ਦੇਸ਼ ਦੇ ਵਿੱਚ ਇੱਕ ਵਾਰੀ ਜਾਣਾ ਪੈ ਜਾਵੇ ਤੇ ਮੈਂ ਉੱਥੇ ਜਾ ਕੇ ਕਿਸੇ ਨਾ ਕਿਸੇ ਤਰ੍ਹਾਂ ਉਹ ਕੰਮ ਕਰਦਿਆਂ ਜਿਹੜਾ ਅੱਜ ਤੱਕ ਮੇਰਾ ਪਿਓ ਦਾਦਾ ਨਹੀਂ ਕਰ ਸਕਿਆ, ਇੰਨੀ ਕੁ ਮੈਂ ਇੱਕ ਅਚੀਵਮੈਂਟ ਪ੍ਰਾਪਤ ਕਰ ਲਵਾਂ। ਬਿਨਾਂ ਪੜ੍ਹੇ ਜੇ ਸਾਡੇ ਭਾਰਤ ਦੇ ਵਿੱਚ PhD ਦੀ ਡਿਗਰੀ ਦੇ ਦਿੱਤੀ ਜਾਂਦੀ ਹੈ, ਡਾਕਟਰੇਟ ਦੇ ਦਿੱਤਾ ਜਾਂਦਾ ਹੈ ਬਿਨਾਂ ਪੜ੍ਹੇ, ਤਾਂ ਉਸ ਡਾਕਟਰੇਟ ਨੂੰ ਵਿਦੇਸ਼ਾਂ ਵਿੱਚ ਰਿਕੋਗਨੀਸ਼ਨ ਕਿਉਂ ਨਹੀਂ? ਇਹ ਤੁਸੀਂ ਦੇਖੋ, ਆਪਣੇ ਆਪ ਦੇ ਵਿੱਚ ਤੁਹਾਡੇ ਲਈ ਸਵਾਲ ਹੈ। ਇੱਕ PhD ਹੁੰਦਾ ਮਿਹਨਤ ਕਰਕੇ ਅਰਨ ਕਰਨੀ, ਤੇ ਇੱਕ PhD ਹੁੰਦੀ ਹੈ ਜਿਹੜਾ ਡਾਕਟਰੇਟ ਤੁਸੀਂ ਅਚੀਵ ਕਰਦੇ ਹੋ, ਉਹ ਤੁਹਾਡਾ ਪੋਲੀਟੀਕਲ ਲਿੰਕ ਹੋਣਾ ਚਾਹੀਦਾ ਹੈ, ਤੇ ਉਹ ਪੋਲੀਟੀਕਲ ਲਿੰਕ ਦਾ ਬੇਸ ਜਿਹੜਾ ਹੈ ਉਸ ਬੇਸ ਦੇ ਮੁਤਾਬਕ ਤੁਹਾਨੂੰ ਡਾਕਟਰੇਟ ਮਿਲ ਜਾਂਦਾ ਹੈ। ਔਰ ਇਹ ਡਾਕਟਰੇਟ ਜਿਹੜੇ ਨੇ ਸਾਡੇ ਇੰਡੀਆ ਦੇ ਵਿੱਚ ਜਿਹੜੇ ਮਿਲਦੇ ਨੇ, ਭਾਵੇਂ ਅਰਨ ਕਰਕੇ ਮਿਲਦੇ ਨੇ ਤੇ ਭਾਵੇਂ ਇਹ ਜਿਹੜੀ ਪੋਲੀਟੀਕਲ ਡੰਡ ਬੈਠਕਾਂ ਮਾਰ ਕੇ ਮਿਲਦੇ ਨੇ, ਇਹਨਾਂ ਦੀ ਕਦਰ ਜਿਹੜੀ ਹੈ ਵਿਦੇਸ਼ਾਂ ਦੇ ਵਿੱਚ ਕੋਈ ਨਹੀਂ। ਉੱਥੇ ਤੁਹਾਨੂੰ ਜਾ ਕੇ ਉਹਨਾਂ ਦੇ ਮੁਤਾਬਕ ਹੀ ਆਪਣੇ ਪਰਚੇ ਪਾਣੇ ਪੈਂਦੇ ਨੇ, ਆਪਣੇ ਪੇਪਰ ਪਾਸ ਕਰਨੇ ਪੈਂਦੇ ਨੇ, ਤਾਂ ਕਿਤੇ ਜਾ ਕੇ ਤੁਹਾਨੂੰ ਉੱਥੇ ਕੁਝ ਹੱਦ ਤੱਕ ਨੌਕਰੀਆਂ ਦੇ ਵਿੱਚ ਰਾਹਤ ਮਿਲਦੀ ਹੈ। ਆਮ ਤੌਰ ਤੇ ਸਾਡੇ ਜਿੰਨੇ ਵੀ ਇੱਥੋਂ ਬਸ਼ਿੰਦੇ ਜਾਂਦੇ ਨੇ ਵਿਦੇਸ਼ਾਂ ਨੂੰ ਉਡਾਰੀਆਂ ਮਾਰਦੇ ਨੇ, ਉਹ ਜ਼ਿਆਦਾਤਰ ਟਰੱਕ ਦਾ ਕੰਮ ਕਰਦੇ ਨੇ ਚਲਾਉਣ ਦਾ, ਉਹ ਟੈਕਸੀਆਂ ਚਲਾਉਂਦੇ ਨੇ, ਉਹ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਕਿ ਜਿਹੜਾ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਰੱਜ ਕੇ ਪੈਸੇ ਕਮਾਉਣ ਦੇ ਵਿੱਚ ਸਹਾਈ ਸਾਬਤ ਹੋ ਸਕੇ। ਤੇ ਉਹ ਉੱਥੇ ਜਾ ਕੇ ਫਿਰ ਕੀ ਕਰਦੇ ਨੇ, ਕੁਝ ਲੋਕ ਇੰਨੇ ਫਰਸਟ੍ਰੇਟ ਹੋ ਜਾਂਦੇ ਨੇ, ਉੱਥੋਂ ਦੇ ਕਾਨੂੰਨੀ ਜਾਲ ਮੱਕੜ ਵਿੱਚ ਆ ਜਾਂਦੇ ਨੇ, ਨਸ਼ਿਆਂ ਦੀ ਜਿਹੜੀ ਹੈ ਰੁੱਤ ਉਹਦੇ ਵਿੱਚ ਫਸ ਜਾਂਦੇ ਨੇ, ਸਮਗਲਿੰਗ ਦੇ ਵਿੱਚ ਫਸ ਜਾਂਦੇ ਨੇ। ਜਿਵੇਂ ਤੁਸੀਂ ਖਬਰਾਂ ਪੜ੍ਹਦੇ ਰਹਿੰਦੇ ਹੋ, ਗੈਂਗ ਵਾਰ ਹੋ ਜਾਂਦੀ ਹੈ, ਉੱਥੇ ਸਭ ਕੁਝ ਹੋ ਜਾਂਦਾ ਹੈ, ਤੇ ਉੱਥੋਂ ਦੇ ਕਾਨੂੰਨੀ ਦਾਅ ਪੇਚ ਜਿਹੜੇ ਨੇ ਉਹਨਾਂ ਤੋਂ ਇੰਡੀਆ ਦੇ ਦਾਅ ਪੇਚ 'ਚ ਖੇਡ ਕੇ ਬਚਣ ਦਾ ਯਤਨ ਕਰਦੇ ਨੇ, ਜਦ ਕਿ ਉਹ ਨਹੀਂ ਬਚ ਸਕਦੇ, ਕਿਉਂਕਿ ਉੱਥੋਂ ਦੀ ਪੁਲਿਸ ਜਿਹੜੀ ਹੈ ਬੜੀ ਜਿਹੜੀ ਹੈ ਸਹੀ ਤੇ ਠੀਕ ਤਰੀਕੇ ਨਾਲ ਕੰਮ ਕਰਦੀ ਹੈ। ਅੱਜ ਤੁਸੀਂ ਦੇਖੋ, ਸਾਡੇ ਹਰਿਆਣਾ ਪ੍ਰਦੇਸ਼ ਦੇ ਵਿੱਚ 25 ਅਗਸਤ ਨੂੰ ਅੱਜ ਦੇ ਦਿਨ ਹੀ ਜਿਹੜੀ ਇਹ ਸਜ਼ਾ ਹੋਈ ਸੀ, ਬਾਬਾ ਰਾਮ ਰਹੀਮ ਜਿਹੜਾ ਰਾਮ ਰਹੀਮ ਗੁਰਮੀਤ ਜੋ ਵੀ ਉਹਨਾਂ ਦਾ ਨਾਂ ਹੈ, ਉਹਨਾਂ ਨੂੰ ਸਜ਼ਾ ਸੁਣਾਈ ਗਈ ਸੀ ਔਰ ਪੰਚਕੂਲਾ ਕੋਰਟ ਨੇ ਸਜ਼ਾ ਸੁਣਾਈ ਸੀ। ਔਰ ਉਸ ਦੇ ਵਿੱਚ 30 ਤੋਂ ਉੱਤੇ ਜਿਹੜੇ ਨੇ ਲੋਕ ਮੌਤ ਦੀ ਭੇਟ ਚੜ੍ਹ ਗਏ ਸਨ, ਮਰਡਰ ਹੋ ਗਏ ਸਨ, ਉਹਨਾਂ ਦੇ ਅੱਗਜਨੀ ਦੀਆਂ ਘਟਨਾਵਾਂ ਹੋ ਗਈਆਂ ਸਨ। ਔਰ ਸਾਡੀ ਭਾਰਤ ਸਰਕਾਰ ਦੀ ਮਸ਼ੀਨਰੀ ਨੇ ਕਿੰਨਾ ਵਧੀਆ ਯੋਗਦਾਨ ਪਾਇਆ। ਹਰਿਆਣਾ ਸਰਕਾਰ ਦੀ ਜਿਹੜੀ ਪ੍ਰੋਸੀਕਿਊਸ਼ਨ ਏਜੰਸੀ ਹੈ, ਜਿਹੜੇ IO ਸਨ, ਜਿਹੜੀਆਂ 9 ਸਿੱਟ ਬਣੀਆਂ, ਉਹਨਾਂ ਨੇ ਕਿੰਨਾ ਅੱਛਾ ਯੋਗਦਾਨ ਪਾਇਆ ਬਈ ਸਜ਼ਾ ਇੱਕ ਨੂੰ ਵੀ ਨਹੀਂ ਹੋਈ। FIRਾਂ ਕਿੰਨੀਆਂ ਨੇ? 170 ਤੋਂ ਵੱਧ FIRਾਂ ਨੇ। ਇਹ ਕੀ ਹੈ? ਇਹ ਇੱਕ ਪ੍ਰਪੰਚ ਨਹੀਂ ਤੇ ਹੋਰ ਕੀ ਹੈ। ਔਰ ਸਰਕਾਰ ਨੇ ਅਜੇ ਤੱਕ ਪ੍ਰੋਸੀਕਿਊਸ਼ਨ ਏਜੰਸੀ ਦੀ ਲੀਗਲ ਰਿਮੈਂਬਰੈਂਸ ਜਿਹੜਾ ਪ੍ਰੋਸੀਕਿਊਸ਼ਨ ਦਾ, ਉਸ ਨੇ ਅਜੇ ਤੱਕ ਸਰਕਾਰੀ ਵਕੀਲਾਂ ਦੀ ਕੋਈ ਜਵਾਬਦੇਹੀ ਨਹੀਂ ਮਿਥੀ। ਡਾਇਰੈਕਟਰ ਜਨਰਲ ਪੁਲਿਸ ਨੇ ਆਪਣੀਆਂ ਜਿਹੜੀਆਂ ਸਿੱਟ ਬਣਾਈਆਂ ਸਨ, ਜਿਹੜੇ ਇਨਵੈਸਟੀਗੇਟਿੰਗ ਆਫੀਸਰ ਸਨ, ਜਿਹਨੂੰ ਪੜਤਾਲੀਆ ਅਫਸਰ ਕਿਹਾ ਜਾਂਦਾ, ਉਹ ਸਨ, ਉਹਨਾਂ ਦੇ ਉੱਤੇ ਕੋਈ ਕਿੰਤੂ ਪਰੰਤੂ ਜਾਂ ਸਵਾਲ ਨਹੀਂ ਕੀਤਾ। ਇਹ ਕਿਹੋ ਜਿਹਾ ਨਿਜ਼ਾਮ ਹੈ? ਜੇ ਤੁਸੀਂ ਇਸ ਨਿਜ਼ਾਮ ਦੇ ਵਿੱਚ ਰਹੋਗੇ ਤੇ ਫਿਰ ਤੁਹਾਡਾ ਰੱਬ ਰਾਖਾ, ਕਾਨੂੰਨ ਤਾਂ ਰਾਖਾ ਕੋਈ ਨਹੀਂ, ਕਿਉਂਕਿ ਰੱਬ ਰਾਖਾ ਤੁਹਾਡਾ ਇਸ ਲਈ ਹੈ ਵੀ ਤੁਹਾਡੀ ਜੇਬ ਵਿੱਚ ਗਾਂਧੀ ਹੋਣਾ ਚਾਹੀਦਾ। ਉਹ ਗਾਂਧੀ ਜੀ ਨੂੰ ਜਰਾ ਅਗਲੀ ਜੇਬ ਵੀ ਤੋੜ ਦਿਓ। ਤੇ ਇਹ ਜਿਹੜੀ 170 FIRਾਂ ਜਿਹੜੀਆਂ, ਉਹਨਾਂ ਦੇ ਵਿੱਚ ਕਿਸੇ ਨੂੰ ਵੀ ਸਜ਼ਾ ਨਹੀਂ ਹੋਈ। ਔਰ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਵੀ ਐਵੀਡੈਂਸ ਸੀ, ਜਿਹੜੀ ਵੀ ਪ੍ਰੋਸੀਕਿਊਸ਼ਨ ਨੇ ਕੋਈ ਵੀ ਕਰਨੀ ਸੀ ਕਾਰਵਾਈ ਪ੍ਰੋਪਰ ਨਾ ਕਰਕੇ, ਉਸ ਦੇ ਉੱਤੇ ਜਿਹੜਾ ਅਜਿਹਾ ਇੱਕ ਆਪਰੇਸ਼ਨ ਚਿੰਨ੍ਹ ਖੜਾ ਕਰ ਦਿੱਤਾ, ਜਿਹਦੇ ਉੱਤੇ ਹਰਿਆਣਾ ਸਰਕਾਰ ਨੂੰ ਇਹ ਦੇਖਣਾ ਪਏਗਾ ਕਿ ਕਿਸ ਤਰ੍ਹਾਂ ਧੱਜੀਆਂ ਉੜੀਆਂ ਕਾਨੂੰਨ ਦੀਆਂ, ਔਰ ਕਿਸ ਤਰ੍ਹਾਂ ਉਹਦੇ ਸਰਕਾਰੀ ਮੁਲਾਜ਼ਮਾਂ ਨੇ ਜਿਹੜੇ ਸਰਕਾਰੀ ਵਕੀਲ ਦੇ ਤੌਰ ਤੇ,
ਸਿੱਟ ਦੇ ਵਿੱਚ ਉਹ ਇਨਵੈਸਟੀਗੇਸ਼ਨ ਕਰ ਰਹੇ ਸਨ। ਪੁਲਿਸ ਦੀ ਏਜੰਸੀ ਜਿਹੜੀ ਉਹਦੇ 'ਚ ਇਨਵੋਲਵ ਸੀ, ਉਹਨਾਂ ਨੇ ਕੀ ਕੰਮ ਕੀਤਾ, ਇਹਦੇ 3 ਸਪਸ਼ਟ ਕਾਰਨ ਸਾਹਮਣੇ ਆ ਰਹੇ ਨੇ। ਪਹਿਲੀ ਚੀਜ਼, ਜਾਂ ਤੇ ਇਸ ਦੇ ਵਿੱਚ ਗਾਂਧੀ ਜੀ ਦਾ ਪ੍ਰਚਲਨ ਹੋਇਆ। ਦੂਜੀ ਚੀਜ਼, ਇਸ ਪ੍ਰਚਲਨ ਤੋਂ ਇਲਾਵਾ ਜੇ ਇਹ ਨਹੀਂ ਹੋਇਆ ਕੁਛ, ਤਾਂ ਮੇਰਾ ਖਿਆਲ ਹੈ ਕਿ ਪ੍ਰੋਸੀਕਿਊਸ਼ਨ ਏਜੰਸੀ ਜਿਹੜੀ ਹੈ ਉਹ ਪ੍ਰੋਸੀਕਿਊਸ਼ਨ ਪ੍ਰੋਸੀਜਰ ਨੂੰ ਫਾਲੋ ਨਾ ਕਰਕੇ ਬੁਰੀ ਤਰ੍ਹਾਂ ਫੇਲ ਹੋਈ ਹੈ, ਔਰ ਪਬਲਿਕ ਐਕਸਚੇਕਰ ਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਤਨਖਾਹਾਂ ਲਈਆਂ ਉਸ ਨੂੰ ਉਹ ਜਸਟੀਫਾਈ ਨਹੀਂ ਕਰ ਸਕੀ, ਆਪਣੀ ਡਿਊਟੀ ਨੂੰ ਕਾਮਯਾਬ ਨਹੀਂ ਕਰ ਸਕੀ, ਕਿਸੇ ਤਰ੍ਹਾਂ ਵੀ ਉਹਨਾਂ ਨੇ ਸਹਿਯੋਗ ਨਹੀਂ ਕੀਤਾ ਕੋਰਟ ਨਾਲ। ਔਰ ਕੋਰਟ ਦਾ ਇਹ ਫਰਜ਼ ਸੀ ਕਿ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਕਿ ਇਹ ਜਿਹੜੇ ਸੁਪੀਰੀਅਰ ਆਫੀਸਰ ਨੇ ਇਹਨਾਂ ਨੇ ਇਹਨਾਂ ਉੱਤੇ ਕੀ ਨਿਗਰਾਨੀ ਕੀਤੀ ਹੈ, ਇਹਨਾਂ ਉੱਤੇ ਕਾਰਵਾਈ ਕਿਉਂ ਨਾ ਕੀਤੀ ਜਾਏ। ਦੂਜਾ ਕਾਰਨ ਇਹ ਹੈ। ਤੀਜਾ ਤੇ ਸਭ ਤੋਂ ਵੱਡਾ ਕਾਰਨ ਸਪਸ਼ਟ ਤੁਹਾਡੇ ਸਾਹਮਣੇ ਆ ਰਿਹਾ, ਉਹ ਕੀ ਕਾਰਨ ਆ ਰਿਹਾ? ਉਹ ਇਹ ਕਾਰਨ ਆ ਰਿਹਾ ਕਿਉਂਕਿ ਜਿਹੜੇ ਭਗਤ ਨੇ, ਜਿਹੜੇ ਕਿਸੇ ਵੀ ਤਰ੍ਹਾਂ ਚੇਲੇ ਹੁੰਦੇ ਨੇ, ਉਹ ਇਸ ਏਜੰਸੀ ਦੇ ਨਾਲ, ਪ੍ਰੋਸੀਕਿਊਸ਼ਨ ਦੇ ਨਾਲ, ਸਰਕਾਰੀ ਵਕੀਲ ਦੇ ਨਾਲ, ਜੋ ਵੀ ਸਿਸਟਮ ਸੀ ਉਹਦੇ ਨਾਲ ਕਿਵੇਂ ਤੇ ਕਿੱਥੋਂ ਤੱਕ ਜੁੜੇ ਹੋਏ ਸਨ। ਇਸ ਦੀ ਨਿਗਰਾਨੀ ਕਿਹਨੇ ਕਰਨੀ ਸੀ? CID ਡਿਪਾਰਟਮੈਂਟ ਰਾਜ ਸਰਕਾਰ ਦਾ, ਕੇਂਦਰ ਸਰਕਾਰ ਦਾ, ਉਹਨਾਂ ਨੇ ਕਰਨੀ ਸੀ। ਜਿਹੜੇ ਵਿਚਾਰੇ ਬੇਅਨਿਆਈ ਮੌਤ ਮਰ ਗਏ ਨੇ ਇਸ ਕੇਸ ਦੇ ਵਿੱਚ, ਉਹਨਾਂ ਨੂੰ ਕੀ ਨਿਆਂ ਮਿਲਿਆ? ਕਿ ਖੱਟੜ ਗਵਰਨਮੈਂਟ, ਮਨੋਹਰ ਲਾਲ ਦੀ ਖੱਟੜ ਗਵਰਨਮੈਂਟ ਇਹ ਦੱਸਣ ਦਾ ਯਤਨ ਕਰੇਗੀ ਕਿ ਇਹ ਜਿਹੜੀ ਤੁਹਾਡੀ ਜਿਹੜੀ ਵੀ ਸਰਕਾਰੀ ਨਿਜ਼ਾਮ ਦੀ ਜਿਹੜੀ ਖਿੱਲੀ ਉੜੀ ਹੈ ਕੋਰਟ ਦੇ ਵਿੱਚ, ਉਹ ਕਿਸ ਵਜ੍ਹਾ ਕਰਕੇ ਉੜੀ ਹੈ? ਇੰਨੀਆਂ FIRਾਂ ਹੋਣ ਦੇ ਬਾਵਜੂਦ ਪੰਚਕੂਲਾ ਸੜ ਗਿਆ, ਸਾਰਾ ਕੁਝ ਹੋ ਗਿਆ, ਔਰ ਚਸ਼ਮਦੀਦ ਗਵਾਹ ਹੋ ਗਏ। ਜੇ ਤੁਸੀਂ CCTV ਕੈਮਰੇ ਦੀ ਫੁਟੇਜ ਨਹੀਂ ਦੇਖ ਸਕੇ, ਜੇ ਤੁਸੀਂ ਆਪਣੇ ਅਫਸਰਾਂ ਦੀ ਜਿਹੜੀ ਹੈ ਪੁਸ਼ਤ ਪਨਾਹੀ ਕਰਦੇ ਰਹੇ ਹੋ, ਤੇ ਫਿਰ ਨਿਆਂ ਕਿਹਨੂੰ ਮਿਲਣਾ? ਮਰੇ ਤਾਂ ਆਮ ਲੋਕ। ਅਸੀਂ ਭਾਰਤ ਦੇ ਲੋਕ ਕਿਵੇਂ ਤੇ ਕਿੱਥੇ ਕਿਸ ਹਿਸਾਬ ਨਾਲ ਮਰ ਰਹੇ ਹਾਂ, ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਇਸ ਨਿਜ਼ਾਮ ਤੋਂ ਜਿਹੜਾ ਤੰਗ ਆ ਕੇ ਲੋਕ ਵਿਦੇਸ਼ਾਂ ਦੀਆਂ ਉਡਾਰੀਆਂ ਮਾਰ ਰਹੇ ਨੇ। ਇੱਕ ਖੂਹੇ 'ਚੋਂ ਨਿਕਲੇ, ਦੂਜੇ ਖੂਹੇ 'ਚ ਡਿੱਗ ਪਏ। ਉਹਦੇ 'ਚ ਹੁੰਦਾ ਕੀ ਹੈ? ਉਹਦੇ 'ਚ ਇੱਕ ਗੱਲ ਸਾਫ਼ ਤੌਰ 'ਤੇ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੀਆਂ ਧੀਆਂ ਨੇ ਉਹ ਵੀ ਅੱਜ ਕੱਲ੍ਹ ਇਸ ਇਮੀਗ੍ਰੇਸ਼ਨ ਫਰਾਡ ਦੇ ਵਿੱਚ ਕਾਬੂ ਆ ਚੁੱਕੀਆਂ ਨੇ, ਔਰ ਉਹਨਾਂ ਦਾ ਜਿਹੜਾ ਇਸ ਹਿਸਾਬ ਨਾਲ ਚੱਲ ਪਿਆ ਕੰਮ ਕਿ ਉਹਨਾਂ ਨੂੰ ਇਹ ਦੇਖਣਾ ਪੈ ਰਿਹਾ, ਉਹਨਾਂ ਨੂੰ ਦੇਖਣਾ ਪੈ ਰਿਹਾ ਹੈ ਕਿ ਇਹ ਬੰਦਾ ਬਾਹਰ ਜਾਣ ਦਾ ਚਾਹਵਾਨ ਹੈ, ਕਿੰਨੇ ਕੁ ਪੈਸੇ ਦੀ ਮਾਰ ਖਾ ਸਕਦਾ। ਤੇ ਇੱਕ ਇੱਕ ਧੀ ਨੇ, ਪੰਜਾਬ ਦੀ ਨੇ ਜਾਂ ਹਿੰਦੁਸਤਾਨ ਦੀ ਧੀ ਨੇ, ਆਪਣੇ ਆਪ ਨੂੰ ਕਿੰਨਿਆਂ ਨਾਲ ਰਿਸ਼ਤਿਆਂ ਦੇ ਵਿੱਚ ਬੰਨਿਆ, ਔਰ ਕਿੰਨੇ ਲੱਖ ਰੁਪਈਆ ਉਗਰਾਇਆ, ਮਾਂ ਪਿਓ ਦੀ ਸਹਿਮਤੀ ਨਾਲ ਉਗਰਾਇਆ। ਕਈ ਕੇਸ ਐਸੇ ਨੇ ਸਾਹਮਣੇ ਆਏ ਨੇ। ਲੇਕਿਨ ਉਸ ਮੱਕੜ ਜਾਲ ਦੇ ਵਿੱਚ ਸਾਡੇ ਕਿੰਨੇ ਚਾਹਵਾਨ ਵਿਦੇਸ਼ਾਂ ਨੂੰ ਜਾਣ ਵਾਲੇ ਫਸ ਗਏ। ਇਹ ਇੱਕ ਤੁਹਾਡੇ ਸਾਹਮਣੇ ਬੜੇ ਵੱਡੇ ਸਵਾਲ ਨੇ। ਇਹਨਾਂ ਦੀ ਚਰਚਾ ਜੇ ਕੀਤੀ ਜਾਵੇ ਕਾਨੂੰਨੀ ਤੌਰ ਦੇ ਉੱਤੇ, NRI ਥਾਣੇ ਬਣੇ ਹੋਏ ਨੇ, ਲੇਕਿਨ NRI ਥਾਣੇ ਵੀ ਜਿਹੜੇ ਨੇ ਉਹਨਾਂ ਦੀ ਕਾਰਗੁਜ਼ਾਰੀ ਵੀ ਜਿਹੜੀ ਹੈ ਨਿਰਾਸ਼ਾਜਨਕ ਹੈ। ਕਿਉਂ ਨਿਰਾਸ਼ਾਜਨਕ ਹੈ? ਕਿਉਂਕਿ ਉਹ ਵੀ ਇਹ ਵੇਖਦੇ ਨੇ NRI ਹੈ, ਉਹ ਕਹਿੰਦੇ ਜੀ ਰੁਪਈਏ ਨਾ ਦਿਓ, ਬਸ ਡਾਲਰਾਂ 'ਚ ਹੀ ਗੱਲ ਕਰ ਲਈਓ, ਫਲਾਨੀ ਜਗ੍ਹਾ ਤੇ ਪਹੁੰਚਾ ਦਿਓ। ਔਰ ਉੱਥੇ ਸਾਡੀ ਭਾਰਤ ਸਰਕਾਰ ਦੇ ਸਾਰੇ ਕਾਨੂੰਨ ਕਿਉਂ ਫੇਲ ਨੇ? ਉਹ ਇਸ ਵਜ੍ਹਾ ਕਰਕੇ ਫੇਲ ਨੇ ਕਿ ਕੋਈ ਵੀ ਵਿਅਕਤੀ ਲੀਗਲ ਤੌਰ ਤੇ ਆਪਣੀ ਜਿਹੜੀ ਹੈ ਹਾਰਡ ਅਰਨਡ ਇਨਕਮ ਕਾਨੂੰਨੀ ਤੌਰ ਤੇ ਵਿਦੇਸ਼ਾਂ ਨੂੰ ਨਹੀਂ ਭੇਜਦਾ। ਉਹ ਹਵਾਲੇ ਦੇ ਰਾਹੀਂ, ਉਹ ਹਵਾਲਾ ਮਨੀ ਹੋ ਜਾਂਦੀ ਹੈ ਜਾਂ ਉਹ ਕਿਸੇ ਤਰ੍ਹਾਂ ਦੀ ਮਨੀ ਹੋ ਜਾਂਦੀ ਹੈ, ਉਸ ਹਿਸਾਬ ਨਾਲ ਉਹ ਬਾਹਰ ਜਾਂਦੀ ਹੈ, ਸ਼ਿਫਟ ਹੁੰਦੀ ਹੈ। ਕਿੰਨੇ ਸਰਕਾਰੀ ਮੁਲਾਜ਼ਮ ਨੇ ਜਿਹੜੇ ਕਰਪਸ਼ਨ ਕਰਦੇ ਨੇ, VRS ਲੈ ਕੇ ਚੱਲ ਜਾਂਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੁਣ ਮੀਮੋ ਮੈਨੂੰ ਮਿਲਣ ਵਾਲਾ, ਚਾਰਜਸ਼ੀਟ ਵੀ ਮਿਲੇਗੀ, ਸਸਪੈਂਸ਼ਨ ਵੀ ਮਿਲਣੀ ਹੈ ਤੇ ਡਿਸਮਿਸਲ ਵੀ ਮਿਲਣੀ ਹੈ, ਤੇ ਹੋ ਸਕਦਾ ਮੈਂ ਕੈਦ ਵੀ ਹੋ ਜਾਵਾਂ। ਜੇ ਮੈਂ ਕੈਦ ਹੋ ਜਾਵਾਂ ਤੇ ਉਸ ਨਾਲੋਂ ਬਿਹਤਰ ਹੈ ਮੈਂ VRS ਲੈ ਲੈਣਾ, ਤੇ ਪੈਨਸ਼ਨ ਵੀ ਮਿਲ ਜਾਏਗੀ ਸਰਕਾਰ ਤੋਂ, ਗ੍ਰੈਚੁਇਟੀ ਵੀ ਮਿਲ ਜਾਏਗੀ, ਤੇ ਵਿਦੇਸ਼ਾਂ ਦੀ ਉਡਾਰੀ ਵੀ ਲੱਗ ਜਾਏਗੀ। ਇਹ ਦੇਖੋ, ਇਹ ਜਿਹੜੀ ਸੋਚ ਵਿਚਾਰ ਹੈ, ਸੋਚ ਢੰਗ ਹੈ, ਕਿਵੇਂ ਤੇ ਕਿਸ ਹਿਸਾਬ ਨਾਲ ਤੁਹਾਡੇ ਸਾਹਮਣੇ ਆ ਰਹੇ ਨੇ।
ਔਰ ਸਾਡੀ ਸਰਕਾਰ ਇਸ ਦੇ ਉੱਤੇ ਕੋਈ ਕਾਨੂੰਨ ਨਹੀਂ ਬਣਾ ਸਕੀ। ਕਿਉਂ ਨਹੀਂ ਬਣਾ ਸਕੀ? ਕਿਉਂਕਿ ਸਾਡੇ ਕਾਨੂੰਨ ਬਣਾਉਣ ਵਾਲੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਜਿਹੜੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਨੇ, ਉਹ ਇਸ ਮਿਲੀ ਭੁਗਤ ਤੇ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ। ਉਹਨਾਂ ਨੂੰ ਇਹ ਸੂਟ ਨਹੀਂ ਕਰਦਾ। ਜੇ ਉਹਨਾਂ ਨੂੰ ਸੂਟ ਨਹੀਂ ਕਰਦਾ ਤਾਂ ਤੁਹਾਨੂੰ ਉਹਨਾਂ ਨੇ ਕੀ ਦੇਣਾ? ਇੱਕੋ ਹੀ ਚੀਜ਼ ਦਿੱਤੀ ਹੈ ਤੁਹਾਨੂੰ ਉਹਨਾਂ ਨੇ, ਲੁੱਟ ਖਸੁੱਟ, ਉਹ ਵੀ ਦੋ ਤਰ੍ਹਾਂ ਦੀ। ਸਰਕਾਰ ਟੈਕਸ ਲਾ ਕੇ ਮਿਡਲ ਕਲਾਸ ਦੇ ਉੱਤੇ ਪੈਸੇ ਇਕੱਠੇ ਕਰਦੀ ਹੈ, ਟੈਕਸ ਲਾਉਂਦੀ ਹੈ, ਸਭ ਕੁਝ ਕਰਦੀ ਹੈ, ਔਰ ਉਹਨਾਂ ਨੂੰ ਜਿਹੜੇ ਇਮਾਨਦਾਰੀ ਨਾਲ ਟੈਕਸ ਦਿੰਦੇ ਨੇ, ਵੇਖੋ ਉਹਨਾਂ ਨੂੰ ਟੈਕਸ ਚੋਰ ਕਹਿੰਦੇ ਜੀ। ਔਰ ਕਿਵੇਂ ਤੁਸੀਂ ਵੀ ਟੈਕਸ ਚੋਰ ਕਹਿ ਸਕਦੇ ਹੋ? ਕਿਵੇਂ ਤੁਸੀਂ ਉਸ ਦੀ ਬਦਨਾਮੀ ਕਰ ਸਕਦੇ ਹੋ? ਜਰਾ ਇਹ ਤਾਂ ਦੱਸ ਦਿਓ ਭਾਰਤ ਸਰਕਾਰ ਜੀ ਜਾਂ ਪ੍ਰਦੇਸ਼ ਸਰਕਾਰ ਜੀ, ਇਹ ਗੱਲ ਤਾਂ ਦੱਸ ਦਿਓ। ਇਹ ਕਿਹੋ ਜਿਹੀ ਜਿਹੜੀ ਹੈ ਤੁਸੀਂ ਉਹਨਾਂ ਨੂੰ ਰੁਤਬਾ ਦਿੱਤਾ ਹੈ, ਜਿਹੜੇ ਵਿਚਾਰੇ ਟੈਕਸ ਦਿੰਦੇ ਨੇ ਤੁਹਾਨੂੰ, ਤੇ ਜਿਹੜੇ ਟੈਕਸ ਦੀ ਚੋਰੀ ਕਰਦੇ ਨੇ, ਜਿਨ੍ਹਾਂ ਦੇ ਖਾਤਰ ਬੈਂਕ ਵਿਕ ਜਾਂਦੇ ਨੇ, ਉਹਨਾਂ ਨੂੰ ਤੁਸੀਂ ਉਹਨਾਂ ਦੇ ਲੋਨ ਜਿਹੜੇ ਨੇ ਕਰੋੜਾਂ ਲੱਖਾਂ ਦੇ ਰਾਈਟ ਆਫ ਕਰ ਦਿੰਦੇ ਹੋ। ਲੱਖਾਂ ਕਰੋੜਾਂ ਜਿਹੜੇ ਰੁਪਏ ਨੇ, ਲੱਖ ਕਰੋੜ ਰੁਪਏ ਜਿਹੜੇ ਨੇ, ਕਿੰਨੇ ਤੁਸੀਂ ਜਿਹੜੇ ਕਾਰਪੋਰੇਟ ਦੇ ਹਨ ਸੱਜਣ ਮਿੱਤਰ, ਉਹਨਾਂ ਦੇ ਤੁਸੀਂ ਰਾਈਟ ਆਫ ਕੀਤੇ ਨੇ? ਇਹ ਦੱਸ ਦਿਓ। ਤੁਹਾਡਾ ਬੈਂਕ ਫੇਲ ਹੋ ਜਾਵੇ ਕੋਈ ਗੱਲ ਨਹੀਂ, ਲੇਕਿਨ ਜਿਹੜਾ ਤੁਹਾਡਾ ਜਿਹੜਾ ਤੰਤਰ ਪੰਤਰ ਹੈ, ਜੇ ਇਹ ਫੇਲ ਹੋ ਜਾਵੇ ਤਾਂ ਤੁਹਾਨੂੰ ਬੜੀ ਅੱਗ ਲੱਗਦੀ ਹੈ। ਕਿਉਂ ਲੱਗਦੀ ਹੈ? ਇਸ ਵਜ੍ਹਾ ਕਰਕੇ ਲੱਗਦੀ ਹੈ ਕਿਉਂਕਿ ਇਹ ਜਿਹੜੀ ਇਮਾਨਦਾਰ ਲੋਕਾਂ ਦੀ ਟੈਕਸ ਮਨੀ ਤੁਹਾਡੇ ਕੋਲ ਆ ਰਹੀ ਹੈ, ਉਹਨਾਂ ਕੋਲ ਅੱਜ ਇਹ ਪੁੱਛਣ ਦਾ ਵੀ ਹੱਕ ਨਹੀਂ ਕਿ ਸਾਡੇ ਇਕੱਠੇ ਕੀਤੇ ਹੋਏ ਟੈਕਸ ਤੇ ਪੈਸੇ ਦੀ ਵਰਤੋਂ ਕਿਵੇਂ ਕੀਤੀ ਜੇ। PM ਕੇਅਰ ਫੰਡ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਰਿਟ ਹੋ ਗਈ, ਤੇ ਉਸ ਰਿਟ ਦਾ ਹਸ਼ਰ ਕੀ ਹੋਇਆ ਦੇਸ਼ ਦੇ ਸਾਹਮਣੇ। ਮਾਨਯੋਗ ਸੁਪਰੀਮ ਕੋਰਟ ਨੇ ਵੀ ਉੱਥੇ ਕੌਂਸਟੀਟਿਊਸ਼ਨਲ ਡਿਊਟੀ ਜਿਹੜੀ ਹੈ ਆਪਣੀ ਪੂਰੀ ਤਰ੍ਹਾਂ ਤਨਦੇਹੀ ਨਾਲ ਨਿਭਾਈ ਹੁੰਦੀ, ਤੇ ਅੱਜ ਇਹੋ ਜਿਹੇ ਕਈ ਕਾਰਗੁਜ਼ਾਰੀਆਂ ਤੇ ਕਾਰ ਵਿਹਾਰ ਜਿਹੜੇ ਸੀ ਉਹਨਾਂ ਨੂੰ ਨੱਥ ਪਈ ਹੁੰਦੀ। ਇਹ ਨੱਥ ਕਿਉਂ ਨਹੀਂ ਪਈ? ਇਸੇ ਵਜ੍ਹਾ ਕਰਕੇ ਨਹੀਂ ਪਈ ਕਿ ਸਾਡਾ ਸੰਵਿਧਾਨ ਜਿਹੜਾ ਉਹ ਜਿਹੜਾ ਦੋ ਚੀਜ਼ਾਂ ਦਾ ਧਿਆਨ ਰੱਖ ਕੇ ਬਣਾਇਆ ਗਿਆ ਸੀ, ਐਗਜ਼ੈਕਟਿਵ ਤੇ ਜਿਹੜੀ ਹੈ ਲੈਜਿਸਲੇਟਿਵ। ਐਗਜ਼ੈਕਟਿਵ ਦਾ ਮਤਲਬ ਇਹ ਹੈ ਜਿਹੜੇ ਦੇਸ਼ ਨੂੰ ਚਲਾਉਂਦੇ ਨੇ, IAS ਅਫਸਰ ਨੇ, PCS ਅਫਸਰ ਨੇ, ਉਹ ਆ ਜਾਂਦੇ ਨੇ। ਬਿਊਰੋਕਰੇਟਸ ਜਿਨ੍ਹਾਂ ਨੂੰ ਕਹਿੰਦੇ ਹੋ, ਮੁਲਾਜ਼ਮ ਵਰਗ ਜਿਨ੍ਹਾਂ ਨੂੰ ਕਹਿੰਦੇ ਹੋ, ਉਹ ਆ ਜਾਂਦੇ ਨੇ। ਤੇ ਲੈਜਿਸਲੇਟਿਵ ਜਿਹੜੀ ਹੈ ਵਿਧਾਨ ਘਾੜ ਦੀ ਪਾਰਲੀਮੈਂਟ, ਇਹ ਜਿਹੜੇ ਮੈਂਬਰ ਉਹਦੇ ਬੰਦੇ ਨੇ ਜਾ ਕੇ ਉਹ ਆ ਜਾਂਦੇ ਨੇ ਵਿੱਚ। ਜਦੋਂ ਉਹ ਆ ਜਾਂਦੇ ਨੇ ਤੇ ਉਹ ਕੀ ਕਰਦੇ ਨੇ? ਉਹ ਆਪਣੇ ਉਹ ਜੱਜ ਲਾਉਂਦੇ ਨੇ, ਆਪਣੇ ਉਹ ਚਹੇਤੇ ਲਾਉਂਦੇ ਨੇ ਜਿਹੜੇ ਉਹਨਾਂ ਨੂੰ ਨੱਥ ਨਾ ਪਾ ਸਕਣ। ਡਾਕਟਰ ਅੰਬੇਦਕਰ ਸਾਹਿਬ ਨੇ ਇਸ ਗੱਲ ਦਾ ਧਿਆਨ ਰੱਖਿਆ ਸੀ, ਜੁਡੀਸ਼ਰੀ ਜਿਹੜੀ ਹੈ, ਜਿਹੜਾ ਜੁਡੀਸ਼ੀਅਲ ਸਿਸਟਮ ਹੈ, ਇੰਡੀਅਨ ਕੋਰਟਸ ਦਾ ਸਿਸਟਮ ਹੈ ਜਿਹੜਾ ਅੰਗਰੇਜ਼ਾਂ ਨੇ ਸਥਾਪਿਤ ਕੀਤਾ ਸੀਗਾ, ਉਹ ਕਿਸੇ ਤਰ੍ਹਾਂ ਵੀ ਇਹਨਾਂ ਦੋਨਾਂ ਨੂੰ ਹਾਈ ਹੈਂਡਡਨੈਸ ਜਾਂ ਕਿਸੇ ਤਰ੍ਹਾਂ ਦੀ ਤਰਥੱਲੀ ਪਾਉਣ ਤੋਂ ਰੋਕ ਸਕਦਾ ਹੈ। ਤੇ ਅੱਜ ਕੋਰਟ ਸਾਡੀ ਇਸੇ ਗੱਲ ਦਾ ਸਵਾਲ ਆਪਣੇ ਉੱਤੇ ਲੈ ਲੈਂਦੀ ਹੈ ਕਿ ਸਾਡੇ ਕੋਲ ਇਹ ਪਾਵਰ ਵੀ ਹੈਗੀ ਹੈ ਕਿ ਨਹੀਂ। ਔਰ ਇਹ ਦੇਖਣ ਦੀ ਜ਼ਰੂਰਤ ਨਹੀਂ, ਪ੍ਰਿਵੀ ਕਾਉਂਸਲ ਦੇ ਫੈਸਲੇ ਨੇ ਤੁਹਾਡੇ ਕੋਲ 1947 ਤੋਂ ਪਹਿਲੇ ਦੇ, ਉਹ ਫੈਸਲੇ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਨਿਗਾਹ ਕੀਤੀ ਜਾ ਸਕਦੀ ਹੈ। ਤੇ ਜਿਹੜੇ 1960 ਤੱਕ ਕਰੀਬ ਬਹੁਤ ਸਹੀ ਫੈਸਲੇ ਆਏ ਨੇ। ਈਵਨ ਜੇ ਇਹ ਕਿਹਾ ਜਾਏ ਰਾਇਨਰਨ ਵਰਸਸ ਇੰਦਰਾ ਗਾਂਧੀ ਦਾ ਕੇਸ ਹੈ, ਉਹਦੇ ਵਿੱਚ ਬੜਾ ਅੱਛਾ ਫੈਸਲਾ ਆਇਆ ਸੀ ਜੱਜ ਸਾਹਿਬ ਦਾ, ਔਰ ਉਸ ਜੱਜ ਸਾਹਿਬ ਨੂੰ ਆਪਣੀ ਸੁਪਰੀਮ ਕੋਰਟ ਦੀ ਜੱਜੀ ਜਿਹੜੀ ਹੈ ਉਸ ਦਾ ਬਲੀਦਾਨ ਦੇਣਾ ਪਿਆ ਸੀ, ਸਿਰਫ ਦੇਸ਼ ਦੀ ਖਾਤਰ। ਉਹਨਾਂ ਨੇ ਆਪਣਾ ਮਫਾਦ ਨਹੀਂ ਸੀ ਰੱਖਿਆ। ਲੇਕਿਨ ਅੱਜ ਇਹੋ ਜਿਹੇ ਵੀ ਜੱਜ ਨੇ ਜਿਹੜੇ ਫੈਸਲੇ ਵੇਚ ਗਏ ਤੇ ਰਾਜ ਸਭਾ ਦੀਆਂ ਮੈਂਬਰੀਆਂ ਪ੍ਰਾਪਤ ਕਰ ਗਏ, ਗਵਰਨਰ ਲੱਗ ਗਏ। ਮੈਂ ਮਾਨਯੋਗ ਸੁਪਰੀਮ ਕੋਰਟ ਦੇ ਜੱਜਾਂ ਦੀ ਗੱਲ ਕਰ ਰਿਹਾ, ਰਿਟਾਇਰਮੈਂਟ ਤੋਂ ਬਾਅਦ ਜੋ ਉਹਨਾਂ ਨੂੰ ਮਿਲਿਆ। ਇਹ ਚੀਜ਼ ਜਿਹੜੀ ਹੈ ਕਿਵੇਂ ਤੇ ਕਿਸ ਹਿਸਾਬ ਨਾਲ ਮਿਲੀ ਹੈ, ਇਹ ਤੁਹਾਡੇ ਸਾਹਮਣੇ ਹੈ। ਐਗਜ਼ੈਕਟਿਵ ਨੇ ਤੇ ਲੈਜਿਸਲੇਟਿਵ ਨੇ, ਦੋਵਾਂ ਨੇ ਜਿਹੜਾ ਹੈ ਜੁਡੀਸ਼ਰੀ ਸਾਡੀ ਨੂੰ, ਸਾਡੇ ਕੋਰਟ ਦੇ ਸਿਸਟਮ ਨੂੰ ਹਾਈਜੈਕ ਕਰ ਲਿਆ, ਕਿਡਨੈਪ ਕਰ ਲਿਆ, ਔਰ ਇਹਨਾਂ ਦੇ ਉੱਤੇ ਆਪਣਾ ਬਲਬੂਤਾ ਚਲਾ ਦਿੱਤਾ ਕਿ ਜੋ ਬਲਬੂਤਾ ਸਾਡੀ ਕੋਰਟ ਦੇ ਕੋਲ ਸੀ, ਸਾਡੀਆਂ ਮਾਨਯੋਗ ਅਦਾਲਤਾਂ ਕੋਲ ਸੀ, ਉਹ ਸੀਸਾ ਦੀ ਤਰ੍ਹਾਂ ਇੱਦਾਂ ਡੋਲ ਗਿਆ।
ਔਰ ਜੇ ਐਦਾਂ ਡੋਲ ਗਿਆ ਤਾਂ ਫਿਰ ਤੁਹਾਨੂੰ ਨਿਆਂ ਕਿੱਥੇ ਮਿਲਣਾ। ਜੇ ਤੁਹਾਨੂੰ ਨਿਆਂ ਨਹੀਂ ਮਿਲਣਾ ਤਾਂ ਜਿਹੜੇ ਵਿਚਾਰੇ ਅਮਨ ਪਸੰਦ ਲੋਕ ਨੇ ਉਹ ਵਿਦੇਸ਼ਾਂ ਦੀਆਂ ਉਡਾਰੀਆਂ ਮਾਰ ਰਹੇ ਨੇ। ਇੰਨੀਆਂ ਹੀ ਗੱਲਾਂ ਅੱਜ ਕਰਨੀਆਂ, ਜ਼ਿਆਦਾ ਨਹੀਂ ਕਰਨੀਆਂ। ਬਾਕੀ ਗੱਲਾਂ ਫੇਰ ਕਰਾਂਗੇ। ਗੱਲਾਂ ਬਹੁਤ ਨੇ। ਤੁਹਾਡਾ ਫੀਡਬੈਕ ਆਉਂਦਾ, ਤੁਹਾਡਾ ਅਤੀ ਧੰਨਵਾਦੀ ਹਾਂ ਵੀ ਤੁਸੀਂ ਇਹ ਦੱਸਦੇ ਹੋ ਮੈਨੂੰ ਵੀ ਇਹ ਗੱਲਾਂ ਕਰੋ, ਇਹ ਸਾਡੀਆਂ ਪ੍ਰੋਬਲਮਸ ਨੇ ਤੁਹਾਡੀਆਂ। ਮੈਂ ਪ੍ਰੋਬਲਮਸ ਲਈ ਗਈ ਇਹ ਦਿਲ ਦੀਆਂ ਗੱਲਾਂ YouTube ਚੈਨਲ ਸ਼ੁਰੂ ਕੀਤਾ ਹੋਇਆ। ਇਹ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ। ਹਰ ਹਿੰਦੁਸਤਾਨੀ ਦੇ ਹੱਥ ਵਿੱਚ ਜਾਵੇ, ਹਰ ਦੇਸ਼ ਦੇ ਨਾਗਰਿਕ ਦੇ ਹੱਥ ਵਿੱਚ ਜਾਵੇ, ਤਾਂ ਕਿ ਸਾਡਾ ਸਿਸਟਮ ਜਿਹੜਾ ਹੈ, ਜੇ ਮੈਂ ਇਹ ਜਿਹੜਾ ਅੱਜ ਜੋ ਛੋਟਾ ਮੋਟਾ ਤਿਲਫੁਲ ਪਾਇਆ ਹੈ ਆਪਣੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਉੱਚੀ ਸੁੱਚੀ ਅਵਸਥਾ ਵਿੱਚ ਲਿਜਾਣ ਲਈ, ਉਸ ਦੀ ਪ੍ਰਮਾਣਿਕਤਾ ਜਿਹੜੀ ਹੈ ਤੁਹਾਡੀ ਇਸ ਸ਼ੇਅਰ ਕਰਨ ਤੋਂ, ਸਬਸਕ੍ਰਾਈਬ ਕਰਨ ਤੋਂ ਸਾਬਤ ਹੋਣੀ ਹੈ। ਜ਼ਿਆਦਾ ਨਾ ਕਹਿੰਦਾ ਹੋਇਆ ਗੱਲਾਂ ਹੈ ਨਹੀਂ।